ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਪ੍ਰੀਤ ਸਿੰਘ ਕਾਲੋ। ਤੁਸੀਂ ਦੇਖ ਰਹੇ ਹੋ ਪੀਟੀਸੀ ਨਾਰਥ ਅਮਰੀਕਾ। ਕਰਦੇ ਹਾਂ ਸ਼ੁਰੂਆਤ। ਸਰੀ ਵਿਖੇ 1 ਬਿਲੀਅਨ ਰਾਈਜ਼ਿੰਗ ਇਵੈਂਟ ਕਰਵਾਇਆ ਗਿਆ ਹੈ। ਇੱਥੇ ਦੱਸਣਯੋਗ ਹੈ ਕਿ 1 ਬਿਲੀਅਨ ਰਾਈਜ਼ਿੰਗ ਦੇ ਵੱਲੋਂ ਡੋਮੈਸਟਿਕ ਵਾਇਲੈਂਸ ਦੇ ਖਿਲਾਫ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ। ਇਸ ਦੇ ਵਿੱਚ ਵੈਲੈਂਟਾਈਨ ਡੇ ਤੇ ਇਹ ਇਵੈਂਟ ਆਰਗੇਨਾਈਜ਼ ਕੀਤਾ ਗਿਆ ਤੇ ਇਹ ਦੱਸਿਆ ਗਿਆ ਕਿ 2013 ਦੇ ਵਿੱਚ 1 ਬਿਲੀਅਨ ਲੋਕਾਂ ਨੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੀ ਸੀ। ਸਰੀ ਦੇ ਹਾਲੈਂਡ ਪਾਰਕ ਦੇ ਵਿੱਚ 1 ਬਿਲੀਅਨ ਰਾਈਜ਼ਿੰਗ ਨਾਮੀ ਇਵੈਂਟ ਕਰਵਾਇਆ ਗਿਆ। ਇਸ ਮੌਕੇ ਸਰੀ ਦੇ ਮੇਅਰ ਡੈਨ ਵਾਰਡ, ਡੈਲਟਾ ਅਤੇ ਸਰੀ ਦੇ ਪੁਲਿਸ ਚੀਫ ਤੋਂ ਇਲਾਵਾ ਹੋਰ ਕਈ ਪੋਲੀਟੀਸ਼ੀਅਨ ਨੇ ਹਿੱਸਾ ਲਿਆ ਅਤੇ ਇਸ ਇਵੈਂਟ ਦੌਰਾਨ ਦੱਸਿਆ ਗਿਆ ਕਿ ਤਿੰਨਾਂ ਦੇ ਵਿੱਚੋਂ ਇੱਕ ਔਰਤ ਨੂੰ ਲਾਈਫ ਟਾਈਮ ਸੈਕਸ਼ੂਅਲੀ, ਫਿਜ਼ੀਕਲੀ ਅਤੇ ਮੈਂਟਲੀ ਅਬਿਊਜ਼ ਕੀਤਾ ਜਾਂਦਾ ਹੈ। ਇਸ ਮੌਕੇ ਲੋਕਾਂ ਨੂੰ ਜਾਣੂ ਕਰਾਇਆ ਗਿਆ ਕਿ ਹਿੰਸਾ ਔਰਤ ਜਾਂ ਮਰਦ ਦਾ ਮਸਲਾ ਨਹੀਂ ਹੈ, ਹੈਲਥ ਇਸ਼ੂ ਹੈ। ਇਸ ਮੌਕੇ ਸਰੀ ਦੇ ਮੇਅਰ ਡੈਨ ਵਾਰਡ, ਡੈਲਟਾ ਪੁਲਿਸ ਦੇ ਚੀਫ, ਸਰੀ RCMP ਦੇ ਚੀਫ ਵੱਲੋਂ ਪਲੈਜ ਕੀਤਾ ਗਿਆ ਕਿ ਉਹ ਔਰਤਾਂ ਉੱਪਰ ਹੋ ਰਹੇ ਅਤਿਆਚਾਰ ਦਾ ਡਟ ਕੇ ਮੁਕਾਬਲਾ ਕਰਨਗੇ। ਈਵੈਂਟ ਦੌਰਾਨ ਹਿੰਸਾ ਦਾ ਸ਼ਿਕਾਰ ਹੋਈ ਔਰਤਾਂ ਵੱਲੋਂ ਆਪਣੀ ਹੱਡਬੀਤੀ ਦੱਸੀ ਗਈ ਅਤੇ 2006 ਵਿੱਚ ਪਤੀ ਵੱਲੋਂ ਕਤਲ ਕਰ ਦਿੱਤੀ ਗਈ ਟੀਚਰ ਮਨਜੀਤ ਕੌਰ ਪਾਂਗਲੀ ਦੀ ਭੈਣ ਜੈਸਮੀਨ ਭਮਰਾ ਨੇ ਮਨਜੀਤ ਪਾਂਗਲੀ ਦੀ ਕਹਾਣੀ ਸੁਣਾ ਸਭ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਬੱਚਿਆਂ ਵੱਲੋਂ ਡਾਂਸ ਪਰਫਾਰਮੈਂਸ ਵੀ ਦਿੱਤੀ ਗਈ। And I take a pledge to stand up against domestic violence in our community. The movement today will hopefully be a reminder to those victims out there that they can come forward and that they should come forward and they are not alone. So I pledge to do everything in my power to help eliminate and eradicate domestic violence. Just a quick pledge from the Delta Police Department. At the Delta Police Department, we support 1 Billion Rising for Justice and its initiatives. The Delta Police are committed to supporting victims of gender violence and doing our part to ensure women's voices are heard, justice triumphs, and the violence stops. I would like to pledge to educate the community, to support and assist victims and families, collaborate on initiatives to prevent violence in relationships, and spread the pledge so individuals will pledge to stand up and take action to prevent violence in their circle of family and friends. ਪਰਿਵਾਰਕ ਜਿਹੜੀ ਹਿੰਸਾ ਹੈ ਨਾ ਆਪਣੇ ਆੜ ਦੇ ਵਿੱਚ ਇੱਕ ਲਾਹਨਤ ਹੈ, ਕੋਹੜ ਹੈ। ਇਹਦੇ ਨੱਥ ਪਾਉਣ ਦੇ ਲਈ ਜਿੱਥੇ ਇਹ ਉਪਰਾਲੇ ਨੇ ਵਧੀਆ ਨੇ, ਪਰ ਇਹਦੇ ਨਾਲ ਜਿਹੜਾ ਕਾਨੂੰਨ ਦੇ ਵਿੱਚ ਹੋਰ ਜ਼ਿਆਦਾ ਤਬਦੀਲੀ ਆਉਣੀ ਜ਼ਰੂਰੀ ਹੈ। ਕਿਉਂਕਿ ਅਗਰ ਤੁਹਾਡੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਐਕਸ਼ਨ ਆ ਉਹਦੇ ਨਾਲ ਸੰਬੰਧਿਤ, ਉਹਦੇ ਨਾਲ ਸਜ਼ਾ ਹੈ ਨਹੀਂ ਗੀ, ਤਾਂ ਇਨਸਾਨ ਸੁਚੇਤ ਨਹੀਂ ਹੁੰਦਾ, ਸਤਰਕ ਨਹੀਂ ਹੁੰਦਾ। ਸੋ ਇਸ ਦੇ ਉੱਤੇ ਨੱਥ ਪਾਉਣ ਦਾ ਦੂਜਾ ਇੱਕ ਹੋਰ ਮਹੱਤਵਪੂਰਨ ਜ਼ਰੀਆ ਉਹ ਇਹ ਹੈ ਕਿ ਜਿਹੜਾ ਕਾਨੂੰਨ ਘੜਾ ਹੈ ਉਹ ਇਸ ਦੇ ਪ੍ਰਤੀ ਸਤਰਕ ਹੋਵੇ, ਕਾਨੂੰਨ ਹੋਰ ਜ਼ਿਆਦਾ ਸਖਤ ਹੋਵੇ ਤਾਂ ਕਿ ਸਜ਼ਾ ਜਿਹੜੀ ਹੈ ਉਹਦਾ ਡਰ ਇਨਸਾਨ ਨੂੰ ਸੁਚੇਤ ਕਰੇ ਕਿ ਜੋ ਮੈਂ ਕਰ ਰਿਹਾ ਇਹ ਮੌਲਿਕ ਰੂਪ ਦੇ ਵਿੱਚ ਸਹੀ ਹੈ ਨਹੀਂ, ਇਹ ਤੋਂ ਮੈਨੂੰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਇਹਦੇ ਜਿਹੜੇ ਰਿਜ਼ਲਟ ਨੇ ਉਹ ਆਹ ਪ੍ਰਕਾਰ ਮੈਨੂੰ ਭੁਗਤਣੇ ਪੈਣਗੇ। ਇਹ ਜਿਹੜਾ 1 ਬਿਲੀਅਨ ਰਾਈਜ਼ਿੰਗ ਇਵੈਂਟ ਆ ਇਹ ਗਲੋਬਲੀ ਇੰਟਰਨੈਸ਼ਨਲ ਇਵੈਂਟ ਆ ਜਿੱਥੇ ਸਾਰੀ ਦੁਨੀਆ ਦੇ ਵਿੱਚ ਬੰਦੇ ਔਰਤਾਂ ਸਾਰੇ ਉੱਠਦੇ ਆ, ਉਹ ਕਹਿੰਦੇ ਆ ਕਿ ਅਸੀਂ ਹੁਣ ਟੋਲਰੇਟ ਨਹੀਂ ਕਰਨਾ ਵਾਇਲੈਂਸ ਇਨ ਰਿਲੇਸ਼ਨਸ਼ਿਪਸ ਆ। Before you leave today, you make a list in your head of 5 things you're going to do in the next 5 days that will help to make this a more loving world. And if you make that commitment and take those 5 actions, just imagine all of us here multiplying that by 5 and what a difference it will make in this world. I think it has to start from your home. It has to start from your neighborhood. It has to start from your street. And I take this pledge today from all of you that I will actually go to not only my street but to my neighbors to educate them about violence against women. ਇੱਥੇ ਵੀ ਦੱਸਣਾ ਜ਼ਰੂਰੀ ਹੈ ਕਿ 1 ਬਿਲੀਅਨ ਰਾਈਜ਼ਿੰਗ ਨਾਮੀ ਇਵੈਂਟ ਪਿਛਲੇ 16 ਸਾਲਾਂ ਤੋਂ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ ਅਤੇ ਸਰੀ ਦੇ ਵਿੱਚ ਇਹ ਦੂਜਾ ਸਾਲ ਸੀ। ਕੈਮਰਾਮੈਨ ਸ਼ਾਮ ਸ਼ਰਮਾ ਦੇ ਨਾਲ ਅੰਮ੍ਰਿਤਸਰ, PTC ਨਿਊਜ਼, ਵੈਨਕੂਵਰ, ਕੈਨੇਡਾ। ਕੈਨੇਡਾ ਦੀਆਂ ਕੁਝ ਹੋਰ ਖਬਰਾਂ ਤੇ ਮਾਰਦੇ ਹਾਂ ਨਜ਼ਰ ਸਾਡੇ ਸਪੈਸ਼ਲ ਸੈਗਮੈਂਟ ਸਪੀਡ ਨਿਊਜ਼ ਦੇ ਵਿੱਚ। ओंटारियो फैडरेशन ऑफ लेबर ਦੇ ਵੱਲੋਂ ਟੋਰਾਂਟੋ ਦੇ ਯੋਂਗ ਡੰਡਾ ਸਕੁਏਅਰ ਵਿਖੇ ਮਿਨੀਮਮ ਵੇਜ ਰੇਟ ਨੂੰ ਲੈ ਕੇ ਰੋਸ ਮੁਜ਼ਾਹਰੇ ਕੀਤੇ ਗਏ
ਅਤੇ ਲੱਖਾਂ ਵਰਕਰਸ ਨੂੰ ਰਿਪਰੈਜ਼ੈਂਟ ਕਰ ਰਹੀ ਇਸ ਸੰਸਥਾ ਦੇ ਅਧਿਕਾਰੀਆਂ ਦੇ ਅਨੁਸਾਰ ਮਿਨੀਮਮ ਵੇਜ ਦੇ ਕਾਰਨ ਓਨਟਾਰੀਓ ਦੇ 16% ਲੋਕ ਅਜੇ ਵੀ ਪਾਵਰਟੀ ਲਾਈਨ ਤੋਂ ਥੱਲੇ ਰਹਿ ਰਹੇ ਨੇ। ਜ਼ਿਕਰਯੋਗ ਹੈ ਕਿ ਓਨਟਾਰੀਓ ਦੀ ਮਿਨੀਮਮ ਵੇਜ ਨੂੰ ਹਾਲ ਹੀ ਦੇ ਵਿੱਚ $10.25 ਤੋਂ ਵਧਾ ਕੇ $11 ਕਰ ਦਿੱਤਾ ਗਿਆ ਸੀ, ਪਰ ਇਹ ਫੈਡਰੇਸ਼ਨ ਇਸ ਫੈਸਲੇ ਤੋਂ ਖੁਸ਼ ਨਹੀਂ ਜਾਪ ਰਹੀ ਹੈ। ਦੂਜੇ ਪਾਸੇ ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵੀਨ ਦਾ ਕਹਿਣਾ ਹੈ ਕਿ $11 ਇੱਕ ਜਾਇਜ਼ ਰਕਮ ਹੈ ਅਤੇ ਜੇ ਇਸ ਨੂੰ ਹੋਰ ਵਧਾਇਆ ਗਿਆ ਤੇ ਓਨਟਾਰੀਓ ਦੇ ਵਪਾਰਾਂ ਤੇ ਕਾਫੀ ਪ੍ਰਭਾਵ ਪੈ ਸਕਦਾ ਹੈ। ਇਸ ਦੇ ਨਾਲ ਹੀ ਲੋਕੀ ਆਪਣੀ ਨੌਕਰੀਆਂ ਤੋਂ ਵੀ ਹੱਥ ਧੋ ਬੈਠਣਗੇ। ਓਨਟਾਰੀਓ ਫੈਡਰੇਸ਼ਨ ਆਫ ਲੇਬਰ ਦੇ ਵੱਲੋਂ ਮਿਨੀਮਮ ਵੇਜ ਰੇਟ ਨੂੰ ਕਰੀਬ $14 ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪੀਲ ਪੁਲਿਸ ਦੇ ਵੱਲੋਂ ਬਰੈਂਪਟਨ ਤੋਂ ਕੁਝ ਦਿਨ ਪਹਿਲਾਂ ਗੁੰਮਸ਼ੁਦਾ ਹੋਏ ਇੱਕ ਆਦਮੀ ਦੀ ਲਾਸ਼ ਬਰੈਂਪਟਨ ਦੇ ਹੀ ਇੱਕ ਸਬਰਬਨ ਘਰ ਦੇ ਪਿੱਛੇ ਪਾਈ ਜਾਣ ਦੀ ਖਬਰ ਹੈ। ਪੁਲਿਸ ਸਪੋਕਸਪਰਸਨ ਕਾਂਸਟੇਬਲ ਥਾਮਸ ਰਟਨ ਦੇ ਅਨੁਸਾਰ 23 ਸਾਲਾ ਪਲਬਿੰਦਰ ਧਾਲੀਵਾਲ ਸ਼ੁੱਕਰਵਾਰ ਨੂੰ ਆਪਣੇ ਘਰ ਰਾਤ ਦੇ 8:45 ਵਜੇ ਦੇ ਕਰੀਬ ਚਲਾ ਗਿਆ ਸੀ ਅਤੇ ਮੁੜ ਘਰ ਵਾਪਸ ਨਹੀਂ ਪਰਤਿਆ। ਇਸ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਦੇ ਵੱਲੋਂ ਪੁਲਿਸ ਨੂੰ ਇਤਲਾਹ ਕੀਤੀ ਗਈ ਅਤੇ ਕਈ ਦਿਨਾਂ ਤੋਂ ਚੱਲ ਰਹੀ ਸਰਚ ਤੋਂ ਬਾਅਦ ਉਸ ਨੂੰ 4th ਸਟਰੀਟ ਕੋਰਟ ਬਰੈਂਪਟਨ ਦੇ ਇੱਕ ਘਰ ਦੀ ਯਾਰਡ ਦੇ ਵਿੱਚ ਮ੍ਰਿਤ ਪਾਇਆ ਗਿਆ। ਪੁਲਿਸ ਦੇ ਵੱਲੋਂ ਧਾਲੀਵਾਲ ਦੀ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਅਨੁਸਾਰ ਇਸ ਕੇਸ ਦੇ ਵਿੱਚ ਕੋਈ ਵੀ ਅਜੇ ਤੱਕ ਸ਼ੱਕ ਦੇ ਦਾਇਰੇ ਦੇ ਵਿੱਚ ਨਹੀਂ ਹੈ। ਉਹਨਾਂ ਨੇ ਲੋਕਾਂ ਨੂੰ ਇਸ ਕੇਸ ਬਾਰੇ ਕੋਈ ਵੀ ਜਾਣਕਾਰੀ ਦੇਣ ਦੇ ਲਈ ਪੁਲਿਸ ਨੂੰ ਸੰਪਰਕ ਕਰਨ ਦੇ ਲਈ ਆਖਿਆ ਹੈ। ਟਰਾਂਸਪੋਰਟ ਕੈਨੇਡਾ ਦੇ ਵੱਲੋਂ ਟਰਾਂਸਪੋਰਟੇਸ਼ਨ ਮਿਨਿਸਟਰ ਲੀਜ਼ਾ ਰੇਟ ਨੂੰ ਜਨਵਰੀ ਦੇ ਅੰਤ ਵਿੱਚ ਇੱਕ ਰਿਪੋਰਟ ਸੌਂਪੀ ਗਈ ਸੀ, ਜਿਸ ਦੇ ਵਿੱਚ ਕੈਨੇਡਾ ਦੇ ਰੇਲ ਟੈਂਕ ਕਾਰਸ ਦੀ ਸੁਰੱਖਿਆ ਬਾਰੇ ਕੁਝ ਅਹਿਮ ਗੱਲਾਂ ਦਾ ਜ਼ਿਕਰ ਕੀਤਾ ਗਿਆ ਸੀ। ਇਸ ਰਿਪੋਰਟ ਨੂੰ ਵੈਬਸਾਈਟ ਤੇ ਜਨਤਕ ਕਰਦੇ ਹੋਏ ਟਰਾਂਸਪੋਰਟ ਕੈਨੇਡਾ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਕੈਨੇਡਾ ਦੀ ਰੇਲਵੇਜ਼ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਗੌਰ ਕਰਨ ਦੀ ਲੋੜ ਹੈ, ਖਾਸ ਤੌਰ ਤੇ ਉਹਨਾਂ ਰੇਲਵੇਜ਼ ਤੇ ਜੋ ਕਿ ਨਾਰਥ ਅਮਰੀਕਾ ਦੇ ਵਿੱਚ ਕਰੂਡ ਆਇਲ ਟਰਾਂਸਪੋਰਟ ਕਰਦੀਆਂ ਨੇ। ਉਹਨਾਂ ਨੇ ਦੱਸਿਆ ਕਿ ਸਰਕਾਰ ਇਹਨਾਂ ਦੀ ਸੁਰੱਖਿਆ ਨੂੰ ਲੈ ਕੇ ਲੋੜੀਂਦੇ ਯਤਨ ਨਹੀਂ ਕਰ ਰਹੀ ਹੈ ਅਤੇ ਇਹ ਲੋਕਾਂ ਅਤੇ ਵਾਤਾਵਰਣ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਖਤਰਨਾਕ ਸਾਬਤ ਹੋ ਸਕਦਾ ਹੈ। ਉਹਨਾਂ ਨੇ ਆਪਣੀ ਰਿਸਰਚ ਪਿਛਲੇ ਸਾਲ ਕਿਊਬਿਕ ਦੇ ਵਿੱਚ ਹੋਏ ਲੈਕ ਮੈਗਨੈਟਿਕ ਰੇਲ ਹਾਦਸੇ ਤੋਂ ਬਾਅਦ ਸ਼ੁਰੂ ਕਰ ਦਿੱਤੀ ਸੀ। ਉਹਨਾਂ ਦੀ ਇਸ ਰਿਸਰਚ ਦੇ ਵਿੱਚ ਐਸੋਸੀਏਸ਼ਨ ਆਫ ਅਮਰੀਕਨ ਰੇਲਰੋਡਸ, ਦ ਫੈਡਰੇਸ਼ਨ ਆਫ ਕੈਨੇਡੀਅਨ ਮਿਊਨਿਸਪੈਲਿਟੀਜ਼, ਕੈਨੇਡੀਅਨ ਪੈਸੀਫਿਕ, ਕੈਨੇਡੀਅਨ ਨੈਸ਼ਨਲ ਰੇਲਵੇਜ਼ ਅਤੇ ਟੀਮ ਮਾਸਟਰਸ ਯੂਨੀਅਨ ਆਫ ਕੈਨੇਡਾ ਸ਼ਾਮਲ ਸਨ। ਐਟਲਾਂਟਿਕ ਕੈਨੇਡਾ ਦੇ ਵਸਨੀਕਾਂ ਨੂੰ ਕੁਝ ਦਿਨ ਹੋਰ ਭਾਰੀ ਬਰਫ਼ਬਾਰੀ, ਤੇਜ਼ ਹਵਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੀ ਹਾਂ, ਐਨਵਾਇਰਨਮੈਂਟ ਕੈਨੇਡਾ ਦੇ ਅਨੁਸਾਰ ਨਿਊ ਬ੍ਰੁੰਸਵਿਕ ਵਿਖੇ ਕਰੀਬ 45 ਸੈਂਟੀਮੀਟਰ ਬਰਫ਼ ਪੈਣ ਦਾ ਅਨੁਮਾਨ ਹੈ ਅਤੇ ਪ੍ਰਿੰਸ ਐਡਵਰਡ ਆਈਲੈਂਡ ਵਿਖੇ ਕਰੀਬ 20 ਸੈਂਟੀਮੀਟਰ। ਉਹਨਾਂ ਨੇ ਦੱਸਿਆ ਹੈ ਕਿ ਹੈਲੀਫੈਕਸ, ਨੋਵਾ ਸਕੋਟੀਆ ਦੇ ਵਿੱਚ ਵਿੰਡ ਚਿਲ ਅਤੇ ਫ੍ਰੀਜ਼ਿੰਗ ਰੇਨ ਦੀ ਵਾਰਨਿੰਗ ਜਾਰੀ ਕਰ ਦਿੱਤੀ ਗਈ ਹੈ। ਹੈਲੀਫੈਕਸ ਵਿਖੇ ਰਾਤ ਦੇ 1 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਓਵਰਨਾਈਟ ਪਾਰਕਿੰਗ ਨੂੰ ਵੀ ਬੈਨ ਕਰ ਦਿੱਤਾ ਗਿਆ ਹੈ। ਇਸ ਸਮੇਂ ਐਟਲਾਂਟਿਕ ਕੈਨੇਡਾ ਦੇ ਵਿੱਚ ਕਈ ਲੋਕ ਬਗੈਰ ਬਿਜਲੀ ਤੋਂ ਗੁਜ਼ਾਰਾ ਕਰਨ ਦੇ ਲਈ ਮਜਬੂਰ ਨੇ। ਕੈਨੇਡਾ ਦੇ ਡੈਨੀ ਮੋਰਿਸਨ ਨੇ ਇੱਕ ਵਾਰੀ ਫਿਰ ਤੋਂ ਸੋਚੀ ਓਲੰਪਿਕਸ ਦੇ ਵਿੱਚ ਕੈਨੇਡਾ ਦਾ ਨਾਮ ਰੌਸ਼ਨ ਕਰਦੇ ਹੋਏ 15,000 ਮੀਟਰ ਸਪੀਡ ਸਕੇਟਿੰਗ ਦੇ ਵਿੱਚ ਇੱਕ ਬ੍ਰੌਂਜ਼ ਮੈਡਲ ਜਿੱਤ ਲਿਆ ਹੈ। ਜੀ ਹਾਂ, ਡੈਨੀ ਮੋਰਿਸਨ ਨੇ ਇਸ ਤੋਂ ਪਹਿਲਾਂ ਵੀ 1000 ਮੀਟਰ ਸਪੀਡ ਸਕੇਟਿੰਗ ਦੇ ਵਿੱਚ ਇੱਕ ਚਾਂਦੀ ਦਾ ਤਮਗਾ ਜਿੱਤਿਆ ਸੀ। ਸੂਤਰਾਂ ਮੁਤਾਬਕ ਮੋਰਿਸਨ ਨੂੰ 15000 ਮੀਟਰ ਦੀ ਇਸ ਰੇਸ ਦੇ ਵਿੱਚ ਸ਼ਾਮਲ ਕਰਨ ਦਾ ਫੈਸਲਾ ਉਸਦੇ ਟੀਮਮੇਟ ਗਿਲਮੋਰ ਜੂਨੀਅਰ ਵੱਲੋਂ ਕੀਤਾ ਗਿਆ ਸੀ, ਜਿਸ ਨੇ ਖੁਦ ਰੇਸ ਕਰਨ ਦੀ ਬਜਾਏ ਮੋਰਿਸਨ ਨੂੰ ਰੇਸ ਦੇ ਵਿੱਚ ਹਿੱਸਾ ਲੈਣ ਦੇ ਲਈ ਉਤਸ਼ਾਹਿਤ ਕੀਤਾ। ਜ਼ਿਕਰਯੋਗ ਹੈ ਕਿ 28 ਸਾਲਾ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਇੱਕ ਖਿਡਾਰੀ ਓਲੰਪਿਕ ਦੇ ਵਿੱਚ ਹੁਣ ਤੱਕ 2 ਮੈਡਲ ਜਿੱਤ ਚੁੱਕਿਆ ਹੈ ਅਤੇ ਇਸ ਦੇ ਨਾਲ ਹੀ ਕੈਨੇਡਾ ਦੇ ਮੈਡਲਸ ਦੀ ਗਿਣਤੀ 12 ਹੋ ਚੁੱਕੀ ਹੈ, ਜਿਸ ਦੇ ਵਿੱਚ 4 골ਡ ਮੈਡਲ, 5 ਸਿਲਵਰ ਅਤੇ 2 ਬ੍ਰੌਂਜ਼ ਮੈਡਲ ਸ਼ਾਮਲ ਨੇ। ਕੈਨੇਡਾ ਦੇ ਸੂਬੇ ਪ੍ਰਿੰਸ ਐਡਵਰਡ ਆਈਲੈਂਡ ਵਿਖੇ ਵੀ ਸਵਾਈਨ ਫਲੂ ਯਾਨੀ ਕਿ ਪਿਗ ਵਾਇਰਸ ਦਾ ਇੱਕ ਕੇਸ ਰਿਪੋਰਟ ਕੀਤਾ ਗਿਆ ਹੈ। ਜੀ ਹਾਂ, ਦ ਕੈਨੇਡੀਅਨ ਸਵਾਈਨ ਹੈਲਥ ਇੰਟੈਲੀਜੈਂਸ ਨੈਟਵਰਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਕੇਸ PEI ਦੀ ਇੱਕ ਵੈਟਰਨਰੀ ਲੈਬ ਤੋਂ ਰਿਪੋਰਟ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਕੇਸ ਨੂੰ ਦੇਖਦੇ ਹੋਏ ਹੋਰ ਵੀ ਟੈਸਟ ਕੀਤੇ ਜਾ ਰਹੇ ਨੇ ਤਾਂ ਕਿ ਇਨਫੈਕਸ਼ਨ ਦਾ ਪ੍ਰਭਾਵ ਕਿੰਨਾ ਜ਼ਿਆਦਾ ਹੈ ਇਸ ਦਾ ਪਤਾ ਲਗਾਇਆ ਜਾ ਸਕੇ। ਇਸ ਤੋਂ ਇਲਾਵਾ ਉਹ ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਯਤਨ ਕਰ ਰਹੇ ਨੇ। ਜ਼ਿਕਰਯੋਗ ਹੈ ਕਿ ਸਵਾਈਨ ਫਲੂ ਦਾ ਸਭ ਤੋਂ ਪਹਿਲਾ ਕੇਸ ਓਨਟਾਰੀਓ ਦੇ ਵਿੱਚ ਰਿਪੋਰਟ ਕੀਤਾ ਗਿਆ ਸੀ। ਓਨਟਾਰੀਓ ਦੇ ਵਿੱਚ ਕੁੱਲ 13 ਕੇਸਿਸ ਰਿਪੋਰਟ ਕੀਤੇ ਜਾ ਚੁੱਕੇ ਨੇ ਅਤੇ ਮੈਨੀਟੋਬਾ ਵਿਖੇ ਵੀ ਕੁਝ ਵਾਇਰਸ ਦੇ ਕੇਸਿਸ ਦੀ ਖਬਰ ਆਈ ਹੈ। ਓਨਟਾਰੀਓ ਗਵਰਨਮੈਂਟ ਦੇ ਵੱਲੋਂ $1 ਬਿਲੀਅਨ ਮਿਲਣ ਤੇ ਕੈਂਬਰਿਜ ਐਰੋਸਪੇਸ ਫਰਮ ਕੌਮਦੇਵ ਨੇ ਆਪਣੇ ਉਤਪਾਦਨ ਨੂੰ ਦੁੱਗਣਾ ਕਰਨ ਅਤੇ 75 ਨਵੀਆਂ ਨੌਕਰੀਆਂ ਕੱਢਣ ਦਾ ਐਲਾਨ ਕੀਤਾ ਹੈ। ਕੰਪਨੀ ਦੀ ਯੋਜਨਾ ਹੈ ਕਿ ਉਹ ਆਪਣੀ ਟੈਕਨੋਲੋਜੀ ਨੂੰ ਵਧਾਉਣਗੇ ਤਾਂ ਕਿ ਕੰਪਨੀ ਦੀ ਗਰੋਥ ਕੀਤੀ ਜਾ ਸਕੇ। ਕੌਮਦੇਵ ਦੇ CEO ਮਾਈਕ ਪਲੇ ਦਾ ਕਹਿਣਾ ਹੈ ਕਿ ਕੰਪਨੀ ਦਾ ਉਤਪਾਦਨ ਦੁੱਗਣਾ ਕਰਨ ਦੇ ਲਈ ਇਹ ਕੰਪਨੀ $8 ਮਿਲੀਅਨ ਦਾ ਨਿਵੇਸ਼ ਕਰੇਗੀ। ਕੌਮਦੇਵ ਇੱਕ ਹਾਈਟੈਕ ਸਪੇਸ ਹਾਰਡਵੇਅਰ ਦਾ ਨਿਰਮਾਤਾ ਹੈ। ਇਸ ਕੰਪਨੀ ਦੇ ਦਫ਼ਤਰ ਦੇ ਵਿੱਚ ਸੰਯੁਕਤ ਵਾਟਰਲੂ ਰੀਜਨ, ਯੂਨਾਈਟਿਡ ਸਟੇਟਸ ਅਤੇ ਯੂਨਾਈਟਿਡ ਕਿੰਗਡਮ ਦੇ 1200 ਲੋਕ ਨੌਕਰੀ ਕਰਦੇ ਨੇ। ਇੱਥੇ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਵਾਂਗੇ।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਰੁਕ ਕਰਦੇ ਹਾਂ ਅਗਲੀ ਖਬਰ ਦੇ ਵੱਲ। ਅਮਰੀਕਾ ਦੇ ਵਿੱਚ ਠੰਡ ਦੇ ਨਾਲ ਹਾਲਾਤ ਇੰਨੇ ਬੱਤਰ ਹੋ ਗਏ ਨੇ ਕਿ ਹੁਣ ਝੀਲਾਂ ਵੀ ਜੰਮਣੀਆਂ ਸ਼ੁਰੂ ਹੋ ਗਈਆਂ ਨੇ। ਇਸ ਦੇ ਨਾਲ ਹੀ ਠੰਡ ਦੇ ਕਾਰਨ ਬਰਫੀਲੀਆਂ ਗੁਫਾਵਾਂ ਵੀ ਬਣ ਗਈਆਂ ਨੇ, ਜਿਨ੍ਹਾਂ ਨੂੰ ਦੇਖਣ ਦੇ ਲਈ ਦੂਰ ਦਰਾਡਿਓਂ ਲੋਕ ਪਹੁੰਚ ਰਹੇ ਨੇ। ਪੇਸ਼ ਹੈ ਇੱਕ ਰਿਪੋਰਟ। ਇਹ ਹੈ ਦੁਨੀਆ ਦੀ ਮਸ਼ਹੂਰ ਝੀਲ ਲੇਕ ਸੁਪੀਰੀਅਰ, ਜੋ ਕਿ ਆਪਣੀ ਖੂਬਸੂਰਤੀ ਲਈ ਸੈਲਾਨੀਆਂ ਦੀ ਪਹਿਲੀ ਪਸੰਦ ਹੈ। ਪਰ ਮੌਸਮ ਦੀ ਸ਼ਿਕਾਰ ਇਹ ਝੀਲ ਹੁਣ ਬਰਫੀਲੀ ਝੀਲ ਵਿੱਚ ਤਬਦੀਲ ਹੋ ਚੁੱਕੀ ਹੈ। ਜਿੱਥੇ ਕਦੇ ਕਿਸ਼ਤੀਆਂ ਵਿੱਚ ਲੋਕ ਮਜ਼ਾ ਲੈਂਦੇ ਸਨ, ਉੱਥੇ ਹੁਣ ਵੱਡੇ ਜਹਾਜ਼ ਵੀ ਜਾਣ ਤੋਂ ਕਤਰਾ ਰਹੇ ਨੇ, ਕਿਉਂਕਿ ਪਾਣੀ ਵਿੱਚ ਥਾਂ-ਥਾਂ ਬਰਫ਼ ਵਿਖਾਈ ਦਿੰਦੀ ਹੈ। ਮਾਹਰਾਂ ਮੁਤਾਬਕ ਲੇਕ ਸੁਪੀਰੀਅਰ ਤਕਰੀਬਨ 87% ਜੰਮ ਚੁੱਕੀ ਹੈ, ਜਦਕਿ ਇਸ ਤੋਂ ਪਹਿਲਾਂ ਸਾਲ 1979 ਵਿੱਚ ਇਹ ਝੀਲ 94% ਤੱਕ ਬਰਫ਼ ਵਿੱਚ ਤਬਦੀਲ ਹੋ ਗਈ ਸੀ। ਨੈਸ਼ਨਲ ਓਸ਼ੀਆਨੋਗ੍ਰਾਫਿਕ ਐਂਡ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਦੀ ਮੰਨੀਏ ਤਾਂ ਆਉਣ ਵਾਲੇ ਕੁਝ ਦਿਨਾਂ ਵਿੱਚ ਝੀਲ ਦਾ ਤਕਰੀਬਨ 91% ਹਿੱਸਾ ਜੰਮਿਆ ਨਜ਼ਰ ਆਏਗਾ, ਕਿਉਂਕਿ ਹੁਣ ਤੱਕ ਝੀਲ ਦੀ ਤਹਿ ਤੇ 10 ਇੰਚ ਮੋਟੀ ਬਰਫ਼ ਵੇਖੀ ਜਾ ਰਹੀ ਹੈ। ਇਹੀ ਨਹੀਂ, ਝੀਲ ਵਿੱਚ ਬਰਫ਼ ਦੇ ਟੁਕੜੇ ਤੈਰਦੇ ਵੀ ਵੇਖੇ ਜਾ ਸਕਦੇ ਨੇ। ਗੌਰਤਲਬ ਹੈ ਕਿ ਲੇਕ ਸੁਪੀਰੀਅਰ ਤਕਰੀਬਨ 31,700 ਸਕੁਆਇਰ ਮਾਈਲਸ ਤੱਕ ਫੈਲੀ ਹੋਈ ਹੈ। ਮਾਹਰਾਂ ਮੁਤਾਬਕ ਝੀਲ ਦਾ ਜੰਮਿਆ ਹੋਇਆ ਹਿੱਸਾ ਗਰਮੀਆਂ ਤੱਕ ਵੀ ਇਸੇ ਤਰ੍ਹਾਂ ਬਰਕਰਾਰ ਰਹਿ ਸਕਦਾ ਹੈ ਅਤੇ ਜੂਨ ਮਹੀਨੇ ਦੇ ਅਖੀਰ ਵਿੱਚ ਇਸ ਵਿੱਚ ਬਦਲਾਅ ਵੇਖਣ ਨੂੰ ਮਿਲੇਗਾ। ਜਦਕਿ ਝੀਲ ਦੇ ਇੱਕ ਕੋਨੇ ਵਿੱਚ ਲੱਗਦੇ ਪਹਾੜਾਂ ਵਿੱਚ ਝੀਲ ਦਾ ਪਾਣੀ ਇਸ ਕਦਰ ਜੰਮ ਗਿਆ ਜਿਵੇਂ ਕੋਈ ਹੀਰਿਆਂ ਦਾ ਮਹਿਲ ਹੋਵੇ, ਜਿਸ ਨੂੰ ਵੇਖਣ ਲਈ ਦੂਰ ਦੂਰ ਤੋਂ ਸੈਲਾਨੀ ਵੀ ਅਤੇ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਨੇ। ਦਰਅਸਲ ਪਹਾੜਾਂ ਵਿੱਚ ਜੰਮੀ ਬਰਫ਼ ਨੇ ਗੁਫਾਵਾਂ ਦਾ ਰੂਪ ਧਾਰਨ ਕਰ ਲਿਆ ਅਤੇ ਜਿਸ ਨੂੰ ਵੇਖਣ ਦੇ ਮੁਰੀਦਾਂ ਦੀ ਗਿਣਤੀ ਘੱਟ ਨਹੀਂ ਹੈ। ਝੀਲ ਦੇ ਉੱਪਰ ਜੰਮੀ ਬਰਫ਼ ਤੇ ਚੱਲਣ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ ਅਤੇ ਇਸੇ ਮਸਤੀ ਨੂੰ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣਾਉਣ ਲਈ ਸੈਲਾਨੀ ਇੱਥੇ ਆਉਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਹੇ। ਹੀਰਿਆਂ ਦੀ ਅਸਲੀ ਚਮਕ ਇਹਨਾਂ ਗੁਫਾਵਾਂ ਵਿੱਚ ਵੇਖੀ ਜਾ ਸਕਦੀ ਹੈ, ਜਿਸ ਨੂੰ ਲੋਕ ਆਪਣੇ ਕੈਮਰਿਆਂ ਵਿੱਚ ਕੈਦ ਕਰ ਰਹੇ ਨੇ, ਕਿਉਂਕਿ ਕੁਝ ਸਮੇਂ ਬਾਅਦ ਇਹ ਚਮਕ ਬਰਕਰਾਰ ਨਹੀਂ ਰਹੇਗੀ। ਸੋ ਇਸ ਵਿੱਚ ਕੋਈ ਅਤਕਥਨੀ ਨਹੀਂ ਕਿ ਜਿੱਥੇ ਇੱਕ ਪਾਸੇ ਅੱਤ ਦੀ ਠੰਡ ਨੇ ਲੋਕਾਂ ਦਾ ਜਿਉਣਾ ਮਾਹੌਲ ਕੀਤਾ ਹੋਇਆ ਹੈ, ਉੱਥੇ ਕੁਦਰਤ ਦੀ ਇਸ ਨਾਯਾਬ ਖੂਬਸੂਰਤੀ ਨੇ ਵੀ ਲੋਕਾਂ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਭਲਿੰਦਰ ਸਿੰਘ ਵਿਰਮਾਨੀ, PTC ਨਿਊਜ਼। ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਤੇ ਪਲਾਜ਼ਾ ਪ੍ਰੀਮੀਅਮ ਲਾਂਚ ਦਾ ਉਦਘਾਟਨ ਕੀਤਾ ਗਿਆ ਹੈ। ਇਸ ਨਵੇਂ ਲਾਂਚ ਦੇ ਵਿੱਚ ਯਾਤਰੀਆਂ ਦੇ ਲਈ 5 ਸਿਤਾਰਾ ਸਹੂਲਤਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਲਾਂਚ ਤੇ ਕੰਮ ਕਰਨ ਦੇ ਲਈ ਖਾਸ ਤੌਰ ਤੇ ਚਾਈਨੀਜ਼ ਡਿਜ਼ਾਈਨਰਸ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਦੇ ਉਦਘਾਟਨ ਸਮੇਂ ਵੈਨਕੂਵਰ ਆਈਲੈਂਡ ਦੇ तमाम ਮੀਡੀਆ ਨੂੰ ਇੱਕ ਐਕਸਕਲੂਸਿਵ ਟ੍ਰਿਪ ਵੀ ਦਿੱਤਾ ਗਿਆ। ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਤੇ ਅੱਜ ਪੇ ਇਨ ਲਾਂਜ ਦਾ ਉਦਘਾਟਨ ਕੀਤਾ ਗਿਆ, ਜਿੱਥੇ ਪੈਸੇਂਜਰ 5 ਸਟਾਰ ਫੈਸਿਲਿਟੀ ਲੈ ਸਕਦੇ ਹਨ। ਇਸ ਨੂੰ ਡਿਜ਼ਾਈਨ ਕੀਤਾ ਹੈ ਹਾਂਗਕਾਂਗ ਦੇ ਕਿਨੀ ਚੇਨ ਨੇ ਅਤੇ ਇਸ ਨੂੰ ਬਣਾਉਣ ਤੇ 5 ਮਹੀਨੇ ਲੱਗੇ। ਪਲਾਜ਼ਾ ਪ੍ਰੀਮੀਅਮ ਲਾਂਜ ਦੇ CEO ਮਿਸਟਰ ਸੌਂਗ ਹੂ ਵੱਲੋਂ 15 ਸਾਲ ਪਹਿਲਾਂ ਦੁਨੀਆ ਭਰ ਵਿੱਚ ਸ਼ੁਰੂ ਕੀਤੀ ਗਈ ਇਸ ਲੌਜ ਵਿੱਚ ਯਾਤਰੀਆਂ ਦੇ ਆਰਾਮ ਲਈ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਹੈ, ਜਿਸ ਵਿੱਚ ਖਾਣ ਪੀਣ ਦੇ ਨਾਲ ਨਾਲ ਸੌਣ ਅਤੇ ਨਹਾਉਣ ਦੀ ਸਹੂਲਤ ਵੀ ਹੈ। ਇਸ ਲਾਂਚ ਦਾ ਫਾਇਦਾ ਲੈਣ ਲਈ ਯਾਤਰੀਆਂ ਨੂੰ ਘੱਟੋ ਘੱਟ $35 2 ਘੰਟਿਆਂ ਦੇ ਦੇਣੇ ਪੈਣਗੇ, ਜਿਸ ਵਿੱਚ ਯਾਤਰੀਆਂ ਨੂੰ ਅਲੱਗ-ਅਲੱਗ ਰੈਸਟੋਰੈਂਟ ਤੋਂ ਖਾਣ ਅਤੇ ਵਾਈਫਾਈ ਦੀ ਫੈਸਿਲਿਟੀ ਇਨਕਲੂਡ ਹੋਵੇਗੀ। Well, welcome to our brand new international lounge here at Vancouver International Airport. It's a brand new lounge that we've just opened. It's our flagship lounge here in Canada, and it is actually the largest pay-in lounge here in Canada. What I mean by pay-in lounge is that any passenger, it doesn't matter who you're flying with or what airline, you can come in and use a lounge. You pay a fee, you get all the amenities that we have, hot food service all day long, beverages, alcoholic beverages, very comfortable seating, showers, nap rooms if you wish. So it's a very complete offering that we have for our guests. We charge walk-in passengers who wish to use the lounge $35 for 2 hours, or $45 for 3 hours use, or even $65 for 6 hour use if they need that time in the lounge. And we're very proud of the service that we have here. Our staff are super courteous and friendly, and we get great feedback from our guests about the amenities and the services that we have to offer. So it's definitely the place to be when you're here at Vancouver International Airport. ਪਲਾਜ਼ਾ ਪ੍ਰੀਮੀਅਮ ਲਾਂਜ ਦੇ ਅਨੁਸਾਰ ਉਹਨਾਂ ਕੋਲੇ 15 ਸਾਲ ਦਾ ਐਕਸਪੀਰੀਅੰਸ ਹੈ ਅਤੇ ਉਹ ਪੈਸੇਂਜਰ ਦਾ ਹਰ ਤਰ੍ਹਾਂ ਨਾਲ ਖਿਆਲ ਰੱਖ ਸਕਦੇ ਹਨ ਅਤੇ ਉਹ ਦੁਨੀਆ ਦੇ ਕਈ ਮੁਲਕਾਂ ਦੇ ਵਿੱਚ ਹਨ। ਕੈਮਰਾਮੈਨ ਸ਼ਾਮ ਸ਼ਰਮਾ ਦੇ ਨਾਲ ਅੰਮ੍ਰਿਤ ਸਾਹ, PTC ਨਿਊਜ਼, ਵੈਨਕੂਵਰ 에ਅਰਪੋਰਟ। ਟੋਰਾਂਟੋ ਦੇ ਵਿੱਚ ਚੱਲ ਰਿਹਾ 41ਵਾਂ ਕੈਨੇਡੀਅਨ ਇੰਟਰਨੈਸ਼ਨਲ ਆਟੋ ਸ਼ੋਅ। ਇਸ ਵਾਰ ਆਟੋ ਸ਼ੋਅ ਦੇ ਵਿੱਚ 35 ਨਵੀਆਂ ਗੱਡੀਆਂ ਦਾ ਪ੍ਰੀਮੀਅਰ ਹੋ ਰਿਹਾ ਹੈ। ਇਸ ਵਾਰ ਕਾਰ ਆਫ ਦਾ ਈਅਰ ਦਾ ਅਵਾਰਡ ਮਾਜ਼ਦਾ 6 ਦੇ ਨਾਮ ਰਿਹਾ ਹੈ। ਕੈਨੇਡੀਅਨ ਇੰਟਰਨੈਸ਼ਨਲ ਆਟੋ ਸ਼ੋਅ ਤੇ ਪੇਸ਼ ਹੈ ਇੱਕ ਖਾਸ ਰਿਪੋਰਟ। टोरंटो में शुरू हो चुका है इंटरनेशनल ऑटो शो 2014। इट हैज़ अ रिच एंड डाइवर्स हैरिटेज जो कैनेडियन हिस्टरी का हिस्सा बन चुका है। सो आओ तुहानू लैके चलते हैं इस ऑटो शो में।
ਜੇ ਤੁਸੀਂ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਕੈਨੇਡੀਅਨ ਇੰਟਰਨੈਸ਼ਨਲ ਆਟੋ ਸ਼ੋ ਵਧੀਆ ਥਾਂ ਹੈ ਬੈਸਟ ਕਾਰ ਡਿਸਾਈਡ ਕਰਨ ਲਈ। ਇਹ ਸ਼ੋ ਕੈਨੇਡਾ ਵਿੱਚ ਸਿਰਫ ਲਾਰਜੈਸਟ ਇਨਡੋਰ ਆਟੋ ਮਾਲ ਹੀ ਨਹੀਂ ਬਲਕਿ ਲਾਰਜੈਸਟ ਕੰਜ਼ਿਊਮਰ ਸ਼ੋ ਵੀ ਹੈ। ਆਟੋ ਸ਼ੋ ਵਿੱਚ ਇੱਕੋ ਹੀ ਛੱਤ ਥੱਲੇ ਕਈ ਐਗਜ਼ੋਟਿਕ ਬ੍ਰਾਂਡਸ ਵੇਖਣ ਨੂੰ ਮਿਲਦੇ ਨੇ। ਇਸ ਵਾਰ ਟੋਰਾਂਟੋ ਆਟੋ ਸ਼ੋ ਵਿੱਚ 35 ਨਿਊ ਕਾਰਸ ਦੇ ਪ੍ਰੀਮੀਅਰ ਹੋ ਰਹੇ ਨੇ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਅਜਿਹੇ ਹੀ ਕੁਝ ਕਾਰਸ ਦੇ ਪ੍ਰੀਮੀਅਰ ਦੇ। ਐਂਡ ਯੈਸ, ਇਸ ਵਾਰ ਦੀ ਓਪਨਿੰਗ ਸੈਰੇਮਨੀ ਹੋਸਟ ਕੀਤੀ ਗਈ ਹੈ ਕ੍ਰਾਈਸਲਰ ਕੈਨੇਡਾ ਵੱਲੋਂ। ਇਸ ਵਾਰ ਆਟੋ ਸ਼ੋ ਨੇ 41 ਸਾਲ ਪੂਰੇ ਕੀਤੇ ਨੇ। ਗੱਲ ਕਰਦੇ ਹਾਂ ਕੁਝ ਸਿਲੈਕਟਡ ਕਾਰ ਪ੍ਰੀਮੀਅਰਸ ਦੀ। Honda Fit 2015 ਨੇ ਇਸ ਸਾਲ ਆਟੋ ਸ਼ੋ ਵਿੱਚ ਡੈਬਿਊ ਕੀਤਾ ਹੈ। ਫਾਸਟ ਐਂਡ ਫਿਊਲ ਐਫੀਸ਼ੀਐਂਟ ਇਹ ਕਾਰ ਟੋਇਟਾ ਯਾਰਿਸ ਤੇ ਕੀਆ ਰੀਓ ਨੂੰ ਬੀਟ ਕਰਦੀ ਹੈ। ਰੇਅਰ ਸੀਟ ਤੇ ਫਰੰਟ ਪੈਸੇਂਜਰ ਸੀਟ ਫੋਲਡ ਹੋਣ ਨਾਲ ਇਸ ਕਾਰ ਵਿੱਚ ਕਾਰਗੋ ਕੈਪੈਸਿਟੀ ਮਿਲਦੀ ਹੈ। Honda ਤੇ Acura ਨੂੰ ਇਸ ਵਾਰ ਕੈਨੇਡੀਅਨ ਬਲੈਕ ਬੁੱਕ ਵੱਲੋਂ 7 ਕੰਬਾਈਨਡ ਅਵਾਰਡਸ ਦਿੱਤੇ ਗਏ ਨੇ। ਇਹ ਅਵਾਰਡ ਓਵਰਆਲ ਰਿਟੇਨ ਵੈਲਿਊ ਤੇ ਬੈਸਟ ਰਿਜ਼ਾਈਡਲ ਵੈਲਿਊ ਲਈ ਦਿੱਤੇ ਗਏ ਨੇ। ਇਨਫਿਨਿਟੀ ਵੱਲੋਂ ਡੈਬਿਊ ਕੀਤੀ ਗਈ ਹੈ Q30। ਇਹ ਕਨਸੈਪਟ ਯੂਥ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ। ਫੁੱਲ ਬੋਡੀਡ ਇਨ ਫਾਰਮ ਐਂਡ ਹਾਈਲੀ ਸਕਲਪਚਰਡ ਇਨ ਸ਼ੇਪ। ਆਟੋ ਸ਼ੋ ਵਿੱਚ ਇੱਕ ਬਹੁਤ ਹੀ ਛੋਟਾ ਬਟ ਸਮਾਰਟ ਸੈਕਸ਼ਨ ਹੈ ਸਮਾਰਟ ਕਾਰਸ ਦਾ, which is perfect for two. Price range between $20,000 to $30,000. ਜੇ ਤੁਸੀਂ ਸਮਾਰਟ ਕਾਰਸ ਦੇ ਸ਼ੌਕੀਨ ਹੋ ਤਾਂ ਆਟੋ ਸੈਕਸ਼ਨ ਦੇ ਇਸ ਸੈਕਸ਼ਨ ਵਿੱਚ ਜ਼ਰੂਰ ਆਓ। Mercedes-Benz ਵੱਲੋਂ S ਕਲਾਸ ਡਿਸਪਲੇ ਕੀਤੀ ਗਈ ਹੈ ਜਿਸ ਦੀ ਖਾਸੀਅਤ ਹੈ ਆਟੋ ਕਨੈਕਟ, ਯਾਨੀ ਡਰਾਈਵਰਲੈਸ ਟੈਕਨੋਲੋਜੀ। GPS, ਰਡਾਰਸ, ਲੇਜ਼ਰਸ ਤੇ ਕੈਮਰਾ ਬੇਸਡ ਸਿਸਟਮਸ ਨਾਲ ਇਹ ਟੈਕਨੋਲੋਜੀ ਕੰਮ ਕਰਦੀ ਹੈ। If you are looking for budget car, then Nissan Micra is for you. 5-seater car ਤੇ price range ਸਿਰਫ $10,000। ਇਸ ਵਾਰ ਆਟੋਮੋਬਾਈਲ ਜਰਨਲਿਸਟ ਐਸੋਸੀਏਸ਼ਨ ਆਫ ਕੈਨੇਡਾ ਵੱਲੋਂ ਕਾਰ ਆਫ ਦਾ ਈਅਰ ਅਵਾਰਡ ਦਿੱਤਾ ਗਿਆ ਹੈ Mazda 6 ਨੂੰ। Mazda 6 ਨੂੰ ਬੈਸਟ ਨਿਊ ਫੈਮਿਲੀ ਕਾਰ ਓਵਰ $30,000 ਦਾ ਵੀ ਅਵਾਰਡ ਦਿੱਤਾ ਗਿਆ ਹੈ। Well, the Mazda 6 is our new flagship vehicle. It embodies all of our SkyActiv technologies, our advanced safety technologies, our new Kodo design. So it really showcases everything that we have to offer. If you love sports car, then Porsche is the section for you with new designs, concept, technology and models. Porsche ਦੇ ਫੈਨਸ ਲਈ ਇਸ ਵਾਰ ਚੰਗੀ ਖਬਰ ਹੈ। Porsche ਨੇ 6 ਸਾਲ ਬਾਅਦ ਕੈਨੇਡੀਅਨ ਆਟੋ ਸ਼ੋ ਵਿੱਚ ਵਾਪਸੀ ਕੀਤੀ ਹੈ ਤੇ ਮੈਕਾਨ ਨੂੰ ਲਾਂਚ ਕੀਤਾ ਹੈ। ਮੈਕਾਨ ਲੇਟ ਸਪ੍ਰਿੰਗ ਤੱਕ ਮਾਰਕੀਟ ਵਿੱਚ ਐਂਟਰੀ ਕਰੇਗੀ। ਕਿਸੇ ਟਾਈਮ ਤੇ ਜੋ ਸਾਇੰਸ ਫਿਕਸ਼ਨ ਹੁੰਦਾ ਸੀ ਅੱਜ ਰਿਐਲਿਟੀ ਹੈ। ਐਕਸਪੈਕਟੇਸ਼ਨਸ ਆਰ ਹਾਈ ਐਂਡ ਕੰਜ਼ਿਊਮਰਸ ਆਰ ਲੁਕਿੰਗ ਫॉर ਮੋਰ। ਸੋ ਜੇ ਤੁਸੀਂ ਵੀ ਹੋ ਗੱਡੀਆਂ ਦੇ ਇਨੋਵੇਟਿਵ ਡਿਜ਼ਾਈਨਸ ਦੇ ਸ਼ੌਕੀਨ ਤਾਂ ਇਸ ਆਟੋ ਸ਼ੋ ਵਿੱਚ ਜ਼ਰੂਰ ਆਓ। ਕੈਮਰਾਮੈਨ ਵਿਰਿੰਦਰ ਮਥਾਨ ਦੇ ਨਾਲ ਰੁਪਿੰਦਰ ਕੌਰ, PDC ਨਿਊਜ਼, ਟੋਰਾਂਟੋ, ਕੈਨੇਡਾ। ਤੇ ਹੁਣ ਵਾਰੀ ਹੈ US ਕੈਨੇਡਾ ਦੇ ਪ੍ਰਮੁੱਖ ਸ਼ਹਿਰਾਂ ਦੇ ਮੌਸਮ ਦੇ ਹਾਲ ਦੀ। ਸੋ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਸੁਪ੍ਰੀਤ ਸਿੰਘ ਕਾਲੋਂ ਨੂੰ ਦਿਓ ਇਜਾਜ਼ਤ। ਧੰਨਵਾਦ।